ਬੀਤੇ ਦਿਨੀ ਸਰੀ ਕੈਨੇਡਾ ਦੇ ਬੇਅਰ ਕ੍ਰੀਕ ਪਾਰਕ ਵਿੱਚ ਗਦਰੀ ਬਾਬਿਆਂ ਦਾ 24ਵਾਂ ਸਾਲਾਨਾ ਮੇਲਾ ਬਹੁਤ ਹੀ ਅਨੋਖੇ ਤੇ ਨਿਵੇਕਲੇ ਢੰਗ ਨਾਲ ਮਨਾਇਆ ਗਿਆ। ਇਸ ਮੇਲੇ ਵਿੱਚ ਜਿੱਥੇ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੁੰਦੇ ਸਨ, ਇਸ ਵਾਰ ਕੁਝ ਕੁ ਗਿਣੇ ਚੁਣੇ ਸਿਆਸੀ ਅਤੇ ਸਮਾਜਿਕ ਹਸਤੀਆਂ ਦੀ ਹਾਜ਼ਰੀ ਵਿੱਚ ਇਸ ਦਾ ਆਗਾਜ਼ ਹੋਇਆ। ਇਸ ਵਿੱਚ ਸਰੀ ਤੋਂ MP ਸਰਦਾਰ ਰਣਦੀਪ ਸਿੰਘ ਸਰਾਏ, MP ਸੁਖ ਧਾਲੀਵਾਲ, MLA ਰਚਨਾ ਸਿੰਘ, MLA ਜਗਰੂਪ ਬਰਾੜ, ਉੱਘੇ ਗੀਤਕਾਰ ਤੇ ਕਲਾਕਾਰ ਰਾਜ ਕਾਕੜਾ ਨੇ ਹਾਜ਼ਰੀ ਲਗਵਾਈ। ਸਾਹਿਬ ਸਿੰਘ ਥਿੰਦ ਦੀ ਰਹਿਨੁਮਾਈ ਵਿੱਚ ਮਨਾਏ ਗਏ ਇਸ ਨਿਵੇਕਲੇ ਮੇਲੇ ਦਾ ਮੰਚ ਸੰਚਾਲਨ ਗੁਰਵਿੰਦਰ ਸਿੰਘ ਧਾਲੀਵਾਲ ਨੇ ਕੀਤਾ। ਹਿਸਟਰੀ ਨੂੰ ਯਾਦ ਕਰਨ ਦਾ ਮਤਲਬ ਹੀ ਹੈ ਕਿ ਜਿਹੜੀ ਹਿਸਟਰੀ ਵਿੱਚ ਚੀਜ਼ਾਂ ਹੋਈਆਂ ਉਹ ਦੁਹਰਾਈਆਂ ਨਾ ਜਾਣ। ਜੋ ਕਾਮਾਗਾਟਾ ਮਾਰੂ 100 ਸਾਲ ਪਹਿਲਾਂ ਹੋਇਆ, ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੀ ਕੈਨੇਡਾ ਦੀ ਧਰਤੀ ਹੈ ਜਾਂ ਸੰਸਾਰ ਹੈ ਉਹਦੇ ਵਿੱਚ ਹਿਊਮਨ ਰਾਈਟਸ ਵਾਇਓਲੇਸ਼ਨਸ ਹੁਣ ਨਹੀਂ ਹੋ ਰਹੀਆਂ। ਮੈਨੂੰ ਦੁੱਖ ਲੱਗਦਾ ਹੈ ਕਿ ਹੁਣ ਕਈ ਵਾਰੀ ਅਸੀਂ ਇਹ ਸੋਚ ਲੈਂਦੇ ਹਾਂ ਔਰ ਅਸੀਂ ਆਪਣਾ ਜ਼ੁਬਾਨ ਬੰਦ ਕਰ ਲੈਂਦੇ ਹਾਂ ਕਿ ਜਦ ਹੁਣ ਜਿਹੜੀਆਂ ਤਰਾਸਦੀਆਂ ਉਹਦੇ ਉੱਤੇ ਅਸੀਂ ਬਿਲਕੁਲ ਨਹੀਂ ਬੋਲਦੇ। ਸਾਡੇ ਤੇ ਪ੍ਰੈਸ਼ਰ ਉਸ ਟਾਈਮ ਤੇ ਵੀ ਸੀਗਾ ਕਿ ਨਾ ਬੋਲਿਆ ਜਾਵੇ, ਪਰ ਉਹ ਸਾਡੇ ਬਜ਼ੁਰਗ ਡਰੇ ਨਹੀਂ। ਮੇਵਾ ਸਿੰਘ ਵਰਗੇ ਫਾਂਸੀ ਤੇ ਚੜ ਗਏ ਤੇ ਤਾਂ ਕਰਕੇ ਅਸੀਂ ਉਸ ਥਾਂ ਤੇ ਖੜੇ ਹਾਂ ਜਿੱਥੇ ਮੈਂ ਅੱਜ ਖੜੀ ਹੈਗੀ। ਜਿਹੜਾ ਪ੍ਰਿਵਿਲੇਜ ਮੈਨੂੰ ਮਿਲਿਆ ਔਰ ਸਪੈਸ਼ਲੀ ਜਿਹੜੇ ਅਸੀਂ ਇੰਨੇ ਪ੍ਰਿਵਿਲੇਜਡ ਹਾਂ, ਜਿਹੜੇ ਮੇਰੇ ਵਰਗੇ ਲੋਕ ਅੱਜ ਲੈਜਿਸਲੇਚਰ 'ਚ ਬੈਠੇ, ਬਹੁਤ ਹੀ ਜ਼ਿਆਦਾ ਪ੍ਰਿਵਿਲੇਜ ਦੀ ਪੋਜੀਸ਼ਨ ਹੈ ਮੇਰੀ। ਔਰ ਮੇਰੇ ਖਿਆਲ 'ਚ ਮੈਂ ਨਾ ਇਨਸਾਫੀ ਕਰੂੰਗੀ ਆਪਣੀ ਆਉਣ ਵਾਲੀ ਯੰਗ ਜਨਰੇਸ਼ਨ ਲਈ ਜੇ ਮੈਂ ਅੱਜ ਦੀ ਤਰਾਸਦੀਆਂ ਬਾਰੇ ਨਹੀਂ ਬੋਲਦੀ। ਬੇਸ਼ੱਕ ਉਹ ਕੈਨੇਡਾ ਵਿੱਚ ਹੋ ਰਿਹਾ ਸਾਡੇ ਮੂਲ ਵਾਸੀਆਂ ਦੇ ਨਾਲ, ਅਸੀਂ ਜਾਣਦੇ ਹਾਂ ਸਦੀਆਂ ਤੋਂ ਹੁੰਦਾ ਆ ਰਿਹਾ। ਹੁਣ ਜਾ ਕੇ ਅਸੀਂ ਕਿਤੇ ਰੀਕਨਸੀਲੀਏਸ਼ਨ ਦੀ ਗੱਲ ਕਰ ਰਹੇ ਹਾਂ, ਪਰ ਉਹਨੂੰ ਵੀ ਅਸੀਂ ਜਾਣਦੇ ਹਾਂ ਕਿ ਕਿੰਨਾ ਜ਼ਿਆਦਾ ਸਮਾਂ ਲੱਗੇਗਾ। ਹੁਣ ਜਾ ਕੇ ਉਹਨਾਂ ਦਾ ਇਤਿਹਾਸ ਜਿਹੜਾ ਸਾਡੇ ਸਕੂਲਾਂ ਵਿੱਚ ਸਾਡੇ ਬੱਚਿਆਂ ਨੂੰ ਪੜ੍ਹਾਇਆ ਜਾਣ ਲੱਗਾ, ਹੁਣ ਜਾ ਕੇ ਥੋੜੀ ਕੋਸ਼ਿਸ਼ ਹੋਈ ਹੈ ਤੇ ਕਾਮਾਗਾਟਾ ਮਾਰੂ ਜਾਂ ਚਾਈਨੀਜ਼ ਹੈਡ ਟੈਕਸ ਬਾਰੇ ਅਸੀਂ ਗੱਲਬਾਤ ਕਰਨ ਲੱਗੇ ਹਾਂ। ਬਟ ਦਿਸ ਇਜ਼ ਨॉट ਦ ਐਂਡ, ਦਿਸ ਇਜ਼ ਜਸਟ ਦ ਬਿਗਨਿੰਗ ਐਂਡ ਵੀ ਨੀਡ ਟੂ ਕੰਟੀਨਿਊ। ਔਰ ਤੁਸੀਂ CAA ਦੀ ਗੱਲ ਕੀਤੀ ਤੇ ਕਾਮਾਗਾਟਾ ਮਾਰੂ ਨੂੰ ਅਸੀਂ CAA ਤੋਂ ਅਲੱਗ ਨਹੀਂ ਰੱਖ ਸਕਦੇ। ਬੇਸ਼ੱਕ ਉਹ ਧਰਤੀ ਸਾਡੇ ਤੋਂ ਅੱਜ ਬਹੁਤ ਦੂਰ ਹੈਗੀ ਹੈ, ਪਰ ਜੋ ਗਦਰੀ ਬਾਬਿਆਂ ਨੇ ਘਾਲਣਾ ਕੀਤੀ ਹੈਗੀ ਹੈ ਉਹਦੇ ਅਸੀਂ ਉਹਨਾਂ ਨੂੰ ਨਮੋਸ਼ ਨਹੀਂ ਕਰ ਸਕਦੇ। ਉਹਨਾਂ ਨੂੰ ਨਮੋਸ਼ੀ ਹੋਏਗੀ ਕਿ ਜੇ ਅੱਜ ਅਸੀਂ ਚੁੱਪ ਕਰਕੇ ਬੈਠੇ ਰਹੇ। ਜੋ ਕਸ਼ਮੀਰ ਵਿੱਚ ਹੁੰਦਾ, ਜੇ ਹਿਊਮਨ ਰਾਈਟਸ ਵਾਇਓਲੇਸ਼ਨਸ ਹੁੰਦੀਆਂ ਜਾਂ ਪੈਲਸਟਾਈਨ 'ਚ ਹੁੰਦੀਆਂ, ਵੀ ਨੀਡ ਟੂ ਸਪੀਕ ਅਪ ਅਗੇਂਸਟ ਦੈਟ। ਇਸਲਾਮੋਫੋਬੀਆ ਦੇ ਰੂਪ ਵਿੱਚ ਜੋ ਹੋ ਰਿਹਾ ਹੈਗਾ, ਸਾਡਾ ਜਿਹੜੀ ਸਭ ਤੋਂ ਜ਼ਿਆਦਾ ਖੂਬਸੂਰਤੀ ਸੀਗੀ ਗਦਰ ਮੂਵਮੈਂਟ ਦੀ ਕਿ ਇਹ ਡਾਇਵਰਸ ਮੂਵਮੈਂਟ ਸੀਗੀ। ਉਹਦੇ 'ਚ ਇੱਕ ਬਹੁਤ ਜ਼ਿਆਦਾ ਭਾਈਚਾਰੇ ਦੀ ਇੱਕ ਭਾਈਵਾਲਤਾ ਸੀਗੀ। ਕੋਈ ਦੇਖਿਆ ਨਹੀਂ ਜਾ ਰਿਹਾ ਸੀ ਕੋਈ ਸਿੱਖ ਹੈ, ਹਿੰਦੂ ਹੈ, ਮੁਸਲਮਾਨ ਹੈ। ਵਾਈ ਆਰ ਵੀ ਟੂਡੇ ਡਿਵਾਈਡਿੰਗ ਪੀਪਲ ਔਨ ਦੋਜ਼ ਲਾਈਨਸ? We really need to reflect on that. We as a community, we as the leaders have a responsibility for that. And I really am thankful ਤੁਹਾਡੀ ਸਾਬਤਿਨ ਭਾਜੀ, ਗੁਰਵਿੰਦਰ ਭਾਜੀ ਤੇ ਤੁਹਾਡੇ ਸਾਰੇ ਜਿਹੜੇ ਲੋਕ ਜਿਨ੍ਹਾਂ ਨੇ ਅੱਜ ਸਮਾਂ ਕੱਢਿਆ, ਅੱਜ ਆਏ ਤੇ ਇਸ ਇੰਪੋਰਟੈਂਟ ਇਸ਼ੂ ਬਾਰੇ ਗੱਲ ਕੀਤੀ। ਪਰ ਇਹ ਕਿ ਅੱਜ ਸਿਰਫ ਇੱਕ ਦਿਨ ਨਹੀਂ ਹੈ ਗੱਲ ਕਰਨ ਦਾ। The struggle needs to continue and we need to fight. Thank you so much. ਮੈਂ ਜਦੋਂ ਸੋਚਦਾ ਨਾ ਬੈਠ ਕੇ ਅੱਜ ਸਾਡੀ ਕਮਿਊਨਿਟੀ ਦੀਆਂ ਬਿਜ਼ਨਸ ਦੇ ਤੌਰ ਤੇ ਅਚੀਵਮੈਂਟਸ ਦੀ ਜੇ ਆਪਾਂ ਦੇਖ ਲਈਏ, ਅੱਜ ਉਹਦੇ ਵਿੱਚ ਜਦੋਂ ਕਿਤੇ ਕਿਸੇ ਪ੍ਰੋਫੈਸ਼ਨਲ ਜਿਹੜਾ ਸੀਗਾ ਟ੍ਰੇਡਸ ਪਰਸਨ ਦੀ ਗੱਲ ਆਉਂਦੀ ਹੈਗੀ ਆ, ਤਾਂ ਸਾਹਿਬ ਸਿੰਘ ਥਿੰਦ ਜਿਹੜੇ ਸੀਗੇ ਉਹ ਪਹਿਲੇ ਟ੍ਰੇਡਮੈਨ ਸੀਗੇ ਜਿਹੜੇ ਕਮਰਸ਼ੀਅਲ ਦੇ ਵਿੱਚ ਜਿਹੜਾ ਸੀ ਇਹਨਾਂ ਦਾ ਤਜਰਬਾ ਔਰ ਇਹਨਾਂ ਦੀ ਐਕਸਪਰਟੀ ਸੀਗੀਆਂ। ਪਰ ਇਹਨਾਂ ਨੇ ਉਹ ਛੱਡ ਕੇ ਜਿਹੜਾ ਸੀ, ਕਿਉਂਕਿ ਅਸੀਂ ਚੁਣਨਾ ਨਾ, ਇੱਕ ਪਾਸੇ ਪੈਸਾ ਹੈਗਾ ਔਰ ਆਪਦਾ ਪ੍ਰੋਫੈਸ਼ਨ ਹੈਗਾ, ਔਰ ਦੂਸਰੇ ਪਾਸੇ ਜਿਹੜਾ ਹੈਗਾ ਉਹ ਸੇਵਾ ਹੈਗੀ ਆ। ਇਹਨਾਂ ਨੇ ਉਹ ਸੇਵਾ ਜਿਹੜੀ ਸੀਗੀ ਉਹ ਚੁਣੀ ਔਰ ਇਹਨਾਂ ਨੇ ਇੱਕ ਇੰਨੀ ਵਧੀਆ ਟੀਮ ਸੰਗਠਨ ਕੀਤੀ ਔਰ ਉਹਦੇ ਵਿੱਚ ਸਾਡੀ ਸਵਰਗੀਆ ਭੈਣ ਸੁੱਖੀ ਨੇ ਵੀ ਬੜਾ ਸਾਥ ਦਿੱਤਾ। ਈਵਨ ਦੋ ਉਹਨਾਂ ਨੂੰ ਬੜੀਆਂ ਹੈਲਥ ਇਸ਼ੂਜ਼ ਸੀਗੇ, ਉਹਦੇ ਬਾਵਜੂਦ ਵੀ ਜਿਹੜਾ ਸੀਗਾ ਉਹ ਹਮੇਸ਼ਾ ਜਿਹੜਾ ਸੀ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਰਹੇ। ਸੋ ਮੈਂ ਬਹੁਤਾ ਕੁਛ ਨਹੀਂ ਕਹਿੰਦਾ, ਕਿਉਂਕਿ ਸਾਡੇ ਸਤਿਕਾਰਯੋਗ ਮੈਂਬਰ ਆਫ ਲੈਜਿਸਲੇਚਰ ਜਗਰੂਪ ਬਰਾੜ ਵੀ ਨੇ ਔਰ ਛੋਟਾ ਭਰਾ ਮੇਰਾ ਰਣਦੀਪ, ਇਹ ਕਹਿੰਦੇ ਸੀ ਵੀ ਮੋਢਿਆਂ ਦੇ ਭਾਰ ਜਦੋਂ ਆਉਂਦਾ ਨਾ ਵੀ ਸੁੱਖ ਤੇ ਸਿੱਟ ਦਿੰਦੇ ਆ। ਪਰ ਹੁਣ ਜਿਹੜਾ ਹੈਗਾ ਮੈਨੂੰ ਇਸ ਗੱਲ ਦਾ ਮਾਣ ਔਰ ਖੁਸ਼ੀ ਆ ਕਿ ਜਦੋਂ ਰਣਦੀਪ ਇਲੈਕਟ ਹੋਏ ਆ, ਅਸੀਂ ਦੋਨੇ ਰਲ ਕੇ ਕੰਮ ਕਰਦੇ ਹੈਗੇ ਆ। ਇਹ ਹੈਗਾ ਇੱਕ ਨੇ ਕਹੀ ਦੂਜੇ ਨੇ ਮੰਨੀ, ਉਹ ਗੱਲ ਸਾਡੀ ਅਸੀਂ ਚੱਲ ਕੇ ਚੱਲਦੇ ਹਾਂ। ਸੋ ਇਸ ਤਰੀਕੇ ਨਾਲ ਅਸੀਂ ਅੱਗੇ ਚੱਲ ਸਕਦੇ ਹਾਂ ਜੇਕਰ ਅਸੀਂ ਡਿਫਰੈਂਟ ਆਰਡਰਸ ਆਫ ਗਵਰਨਮੈਂਟ, ਡਿਫਰੈਂਟ ਪਾਰਟੀ ਦੇ ਨੁਮਾਇੰਦੇ ਇਕੱਠੇ ਹੋ ਕੇ ਕੰਮ ਕਰੀਏ ਤਾਂ ਜਿਹੜੀਆਂ ਇਹ ਅੱਜ ਗੱਲ ਕਰਦੇ ਹੈਗੇ ਆ ਜਿਹੜੇ ਮਤਿਆਂ ਦੀ, ਉਹ ਡਿਫਰੈਂਟ ਆਰਡਰਸ ਆਫ ਗਵਰਨਮੈਂਟ ਦੇ ਨਾਲ ਰਿਲੇਟਡ ਨੇ ਅਤੇ ਉਹ ਮੈਨੂੰ ਲੱਗਦਾ ਕਿ ਉਹ ਜਲਦੀ ਸੰਭਵ ਹੋ ਪਾਉਣਗੇ। ਕਿਉਂਕਿ ਕਾਮਾਗਾਟਾ ਮਾਫੀ ਦੀ ਗੱਲ ਤਾਂ ਇਹਨਾਂ ਨੇ ਕਰ ਹੀ ਦਿੱਤੀ ਆ। ਔਰ ਇਹ ਬਿਲਡਿੰਗਸ ਦੀ ਗੱਲ ਕਰਦੇ ਸੀ, ਇੱਥੇ ਇੱਕ ਬਿਲਡਿੰਗ ਸੀ ਵੈਨਕੂਵਰ ਦੇ ਵਿੱਚ, ਜਿਹੜੇ ਉਸ ਵੇਲੇ ਮੈਂਬਰ ਆਫ ਪਾਰਲੀਮੈਂਟ ਸੀਗੇ ਉਹਨਾਂ ਦੇ ਨਾਂ 'ਤੇ ਉਹ ਬਿਲਡਿੰਗ ਸੀਗੀ। ਲਿਬਰਲ ਗਵਰਨਮੈਂਟ ਨੇ, ਸਾਡੀ ਸਰਕਾਰ ਨੇ ਔਰ ਪ੍ਰਧਾਨ ਮੰਤਰੀ ਆਪ ਜਿਹੜੇ ਸੀਗੇ
ਉਹਨਾਂ ਨੇ ਇਹਦੇ ਵਿੱਚ ਦਖਲ ਦੇ ਕੇ ਉਹਦਾ ਨਾਂ ਜਿਹੜਾ ਸੀਗਾ ਉਸ ਬਿਲਡਿੰਗ ਤੋਂ ਸਾਫ਼ ਜਿਹੜਾ ਸੀ ਉਹ ਪਿਛਲੇ ਸਾਲ ਹੀ ਜਿਹੜਾ ਸੀ ਉਹ ਕੀਤਾ। ਔਰ ਰਾਜ ਕਾਕੜਾ ਜੀ ਤੁਹਾਨੂੰ ਮੈਂ ਜੀ ਆਇਆਂ ਕਹਿੰਦਾ। ਔਰ ਕਿਉਂਕਿ ਹਮੇਸ਼ਾ ਦੇਖਦੇ ਹਾਂ ਜਜ਼ਬੇ ਵਾਲੇ ਤੁਹਾਡੇ ਸੰਗੀਤ ਗੀਤ ਤੇ ਸੋ ਉਹ ਜਿਹੜੀ ਹੈਗੀ ਆ ਤੁਹਾਡੀ ਸੋਚ, ਮੈਂ ਉਹਨੂੰ ਵੀ ਸਲਾਮ ਕਰਦਾ ਹੋਇਆ ਇੱਥੇ ਸਾਰਿਆਂ ਦਾ ਧੰਨਵਾਦ ਕਰਦਾ। ਮੈਂ ਖਿਮਾ ਦਾ ਜਾਚਕ ਹਾਂ ਔਰ ਮੀਡੀਆ ਵਾਲੇ ਭਰਾਵਾਂ ਨੂੰ ਫਿਰ ਭੈਣਾਂ ਨੂੰ ਵੀ ਧੰਨਵਾਦ ਕਿ ਤੁਸੀਂ ਟਾਈਮ ਕੱਢ ਕੇ ਅੱਜ ਸਾਡੇ ਗਦਰੀ ਬਾਬਿਆਂ ਦੀ ਜਿਹੜੀ ਆ ਯਾਦ ਦੇ ਵਿੱਚ ਸ਼ਮੂਲੀਅਤ ਕੀਤੀ। ਧੰਨਵਾਦ ਜੀ ਪ੍ਰੈਸ ਸਾਹਿਬ। ਸਭ ਤੋਂ ਵੱਡੀ ਗੱਲ ਕਿ ਜਿਸ ਤਰ੍ਹਾਂ ਸੁਖਵਿੰਦਰ ਸਿੰਘ ਧਾਲੀਵਾਲ ਹੋਰਾਂ ਨੇ ਗੱਲ ਕੀਤੀ ਹੈ ਕਿ ਜਿਹੜੇ ਜ਼ਿੰਮੇਵਾਰੀਆਂ ਅਸੀਂ ਦਿੰਨੇ ਆ ਉਹਨਾਂ ਜ਼ਿੰਮੇਵਾਰੀਆਂ ਨੂੰ ਪਾਰਲੀਮੈਂਟ ਮੈਂਬਰ ਜਾਂ ਜੋ ਵਿਧਾਨ ਸਭਾ 'ਚ ਨੇ ਜਿਹੜੇ ਉਹਨਾਂ ਦਾ ਫਰਜ਼ ਬਣਦਾ ਨਿਭਾਉਣਾ ਇੱਕ ਬਹੁਤ ਚੰਗੀ ਗੱਲ ਹੈ। ਪਹਿਲਾਂ ਵੀ ਜਿਹੜੀ ਗੱਲ ਹੋਈ ਹੈ ਉਹ ਇਹ ਸੀ ਕਿ ਜਦੋਂ ਜਿਨ੍ਹਾਂ ਨੇ ਇਤਿਹਾਸ 'ਚ ਬੇਇਨਸਾਫੀ ਕੀਤੀ ਹੈ ਉਹਨਾਂ ਦੇ ਨਾਮ ਮਿਟਣੇ ਹੀ ਮਿਟਣੇ ਆ ਤੇ ਵਧਾਈ ਦੀ ਪਾਤਰ ਹੈ ਉਹ ਸਰਕਾਰ ਜਿਨ੍ਹਾਂ ਨੇ ਉਹ ਜਿਹੜਾ ਨਸਲਵਾਦੀ ਪਹੁੰਚ ਦਾ ਬਣਿਆ ਹੋਇਆ ਇੱਕ ਮੈਂਬਰ ਆਫ ਪਾਰਲੀਮੈਂਟ ਸੀ ਉਸ ਦਾ ਨਾਮ ਮਿਟਾਇਆ ਤੇ ਉਸ ਲਈ ਅਸੀਂ ਮੁਬਾਰਕਾਂ ਦਿੰਦੇ ਹਾਂ। ਪਰ ਹੁਣ ਉੱਥੇ ਨਾਂ ਜਿਹੜਾ ਆਉਣਾ ਚਾਹੀਦਾ ਉਹ ਇਸ ਯੋਧੇ ਮਹਾਨ ਸੂਰਬੀਰ ਦਾ ਸ਼ਹੀਦ ਮੇਵਾ ਸਿੰਘ ਦਾ ਆਉਣਾ ਚਾਹੀਦਾ। ਇੱਕ ਦਾ ਮਿਟਾ ਕੇ ਹੁਣ ਆਪਾਂ ਦੂਸਰੇ ਦਾ ਅੰਕਿਤ ਵੀ ਕਰਨਾ ਹੈ। ਤੇ ਜਿਸ ਤਰ੍ਹਾਂ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ ਜੇ ਮੇਵਾ ਸਿੰਘ ਦੀ ਵਿਧਾਨ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਗੱਲ ਹੋਏਗੀ ਉਹਨਾਂ ਦਾ ਮੁਜਰਮਾਨਾ ਰਿਕਾਰਡ ਖਤਮ ਕਰਕੇ ਉਹਨਾਂ ਨੂੰ ਸਨਮਾਨ ਮਿਲੇਗਾ ਤਾਂ ਉਹ ਸਾਡਾ ਸਨਮਾਨ ਹੋਏਗਾ। ਸਾਡੇ ਆਪਣੇ ਇਤਿਹਾਸ ਦੇ ਉਹ ਮੁਖੀ ਨੇ ਆਗੂ ਨੇ ਜਿਨ੍ਹਾਂ ਨੇ ਸਾਡੀ ਡਿੱਗੀ ਪੱਗ ਸਿਰ ਤੇ ਰੱਖੀ ਹੈ। ਜੇ ਹੌਪਕਿੰਸਨ ਨੂੰ ਮੇਵਾ ਸਿੰਘ ਨਾ ਸੋਧਦੇ, ਜੇਕਰ ਹੌਂਡਰਸ ਵਾਲਾ ਇਤਿਹਾਸ ਖਤਮ ਨਾ ਹੁੰਦਾ, ਜੇਕਰ ਇੱਥੇ ਨਸਲਵਾਦ ਨਾ ਰੁਕਦਾ, ਅੱਜ ਅਸੀਂ ਇੱਥੇ ਨਾ ਹੁੰਦੇ, ਸਾਡੀ ਹੋਂਦ ਨਾ ਇੱਥੇ ਹੁੰਦੀ, ਇਹ ਮੇਲੇ ਨਾ ਇੱਥੇ ਹੁੰਦੇ, ਮੈਂਬਰ ਆਫ ਪਾਰਲੀਮੈਂਟ ਨਾ ਇੱਥੇ ਹੁੰਦੇ, ਪ੍ਰੀਮੀਅਰ ਨਾ ਇੱਥੇ ਹੁੰਦੇ, ਕੋਈ ਸਾਡੀ ਹੋਂਦ ਨਹੀਂ ਸੀ। ਇਹਨਾਂ ਦੇ ਕਰਕੇ ਸਾਡੀ ਹੋਂਦ ਹੈ। ਅੱਜ ਸਾਡਾ ਸਮਾਂ ਆ ਗਿਆ ਕਿ ਅਸੀਂ ਉਹਨਾਂ ਦਾ ਬਣਦਾ ਸਤਿਕਾਰ ਉਹਨਾਂ ਨੂੰ ਦਿਵਾਈਏ। ਜਗਰੂਪ ਸਿੰਘ ਹੋਰਾਂ ਤੋਂ ਪਹਿਲਾਂ ਅਸੀਂ ਗੱਲ ਕੀਤੀ ਕਿ BC ਵਿਧਾਨ ਸਭਾ ਦੇ ਵਿੱਚ ਜਦੋਂ ਕਾਮਾਗਾਟਾ ਮਾਰੂ ਦੀ ਗੱਲ ਚੱਲੀ ਤਾਂ ਤੁਸੀਂ ਉਹ ਪਹਿਲੇ ਸ਼ਖਸ ਸੀ ਜਦੋਂ ਉਸ ਮਤੇ ਨੂੰ ਜਿਹੜਾ ਬਕਾਇਦਾ ਤੌਰ ਤੇ ਵਿਰੋਧੀ ਧਿਰ ਵੱਲੋਂ ਵੀ ਲਿਆਂਦਾ ਤੇ ਉਸ ਨੂੰ ਪੇਸ਼ ਕੀਤਾ। ਅੱਜ ਉਸੇ ਵਿਧਾਨ ਸਭਾ ਦੇ ਵਿੱਚ ਸਾਡਾ ਫਰਜ਼ ਬਣਦਾ ਕਿ ਜਿਸ ਤਰ੍ਹਾਂ ਵੱਖ-ਵੱਖ ਭਾਈਚਾਰਿਆਂ ਨੇ ਆਪਣੇ ਮੁਖੀਆਂ ਤੇ ਹੀਰੋਆਂ ਦਾ ਸਨਮਾਨ ਵਧਾਇਆ, ਅਸੀਂ ਮੇਵਾ ਸਿੰਘ ਹੋਰਾਂ ਦਾ ਸਨਮਾਨ ਕਰੀਏ। ਤੁਹਾਡੇ ਤੋਂ ਅਸੀਂ ਆਸ ਰੱਖਦੇ ਹਾਂ। ਸੋ ਗੁਜ਼ਾਰਿਸ਼ ਹੈ ਕਿ ਅੱਜ ਦਾ ਜਿਹੜਾ ਇਹ ਮੇਲਾ ਖਾਸ ਤੌਰ ਤੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਨੂੰ ਸਮਰਪਿਤ ਹੈ। ਇਸ ਇਕੱਠ ਨੂੰ ਬੇਸ਼ੱਕ ਸੀਮਿਤ ਰੱਖਿਆ ਨਿਯਮਾਂ ਦੇ ਕਾਰਨ ਤੇ ਉਸ ਕੰਸਰਨ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਨੂੰ ਐਡਵਰਟਾਈਜ਼ ਨਹੀਂ ਕੀਤਾ ਗਿਆ ਬਕਾਇਦਾ। ਅੱਜ ਸਾਹਿਬ ਸਿੰਘ ਨੇ ਰੇਡੀਓ ਤੇ ਇਹ ਕਿਹਾ ਕਿ ਭਾਈ ਤੁਸੀਂ ਆਇਓ ਨਾ, ਉਲਟਾ ਇਹ ਕਹਿਣਾ ਪਿਆ। ਸੋ ਇਹ ਇਸੇ ਕਰਕੇ ਕਹਿਣਾ ਪਿਆ ਕਿ ਬਈ ਜਿਹੜਾ ਜੇ ਖੁਦ ਨਾ ਉਹਨਾਂ ਨਿਯਮਾਂ ਨੂੰ ਮੰਨਾਂਗੇ ਤਾਂ ਫਿਰ ਅਸੀਂ ਉਸ ਗਲਤੀ ਦੇ ਪਾਤਰ ਹੋਵਾਂਗੇ। ਪਰ ਤੁਹਾਡੀ ਹਾਜ਼ਰੀ ਸਤਿਕਾਰ ਹੈ ਉਸ ਦਾ। ਜਗਰੂਪ ਸਿੰਘ ਬਰਾੜ। ਧੰਨਵਾਦ ਬਰਾੜ ਸਾਹਿਬ। ਮੈਂ ਜ਼ਰੂਰ ਕਿਉਂਕਿ ਆਏ ਆ ਤੇ ਮੈਂ ਜਿਹੜੇ ਸਾਡੇ ਪੋਲੀਟੀਕਲ ਸ਼ਖਸੀਅਤਾਂ ਉਹਨਾਂ ਦਾ ਆਪ ਧੰਨਵਾਦ ਕੀਤਾ ਕਿਉਂਕਿ ਜਿਹੜੇ ਇਸ਼ੂਜ਼ ਆ ਬਹੁਤ ਔਖੇ, ਇਹਨਾਂ ਨੂੰ ਵੀ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਜਦੋਂ ਲੈ ਕੇ ਜਾਂਦੇ ਆ। ਕਾਮਾਗਾਟਾ ਮਾਰੂ ਦੀ ਜਦੋਂ ਗੱਲ ਸ਼ੁਰੂ ਕੀਤੀ ਗੁਰਮੰਤ ਗਰੇਵਾਲ ਹੋਣਾ ਵਾਲੇ, ਉਹਨਾਂ ਨੇ ਕਿਹਾ ਵੀ ਔਖਾ ਪਰ ਕਰੂੰਗਾ। ਇਸੇ ਤਰ੍ਹਾਂ ਹੀ ਭਾਈ ਜਗਰੂਪ ਸਿੰਘ ਬਰਾੜ ਹੋਣਾ ਨਾਲ ਜਦੋਂ ਪਹਿਲੀ ਪਟੀਸ਼ਨ ਸਾਈਨ ਹੋਈ, ਸਭ ਤੋਂ ਪਹਿਲਾਂ ਮੈਂ ਇਹਨਾਂ ਕੋਲ ਘਰ ਗਿਆ, ਰਾਤ ਭਾਈ ਜਸਵੰਤ ਤੇ ਅਸੀਂ ਬੈਠੇ, ਇਹਨਾਂ ਨੂੰ ਕਿਹਾ ਕਿ ਅਸੀਂ ਆਹ ਕੰਮ ਕਰਨਾ ਚਾਹੁੰਦੇ ਹਾਂ ਕਿਉਂਕਿ ਸਲਾਹ ਲੈਣੀ ਇਹਨਾਂ ਤੋਂ, ਸਾਡੇ ਵੱਡੇ ਭਾਈ ਆ, ਸਾਨੂੰ ਬਹੁਤ ਜ਼ਰੂਰੀ ਸੀ ਵੀ ਅਸੀਂ ਇਹਨਾਂ ਨੂੰ ਪੁੱਛ ਕੇ ਸਾਡੀ ਕੋਈ ਕਿਤੇ ਸਾਡੇ ਤੋਂ ਗਲਤੀ ਨਾ ਹੋ ਜਾਏ। ਉਸ ਤੋਂ ਬਾਅਦ ਵੀ ਜਦੋਂ BC ਵਿਧਾਨ ਸਭਾ 'ਚ ਮਤਾ ਰੱਖਿਆ, ਇਹਨਾਂ ਨੇ ਮੈਨੂੰ ਆਪਣੇ ਦਫ਼ਤਰ 'ਚ ਸੱਦਿਆ। ਸੋ ਸਾਰੀ ਗੱਲਬਾਤ ਅਸੀਂ ਵੀ ਇਹਨਾਂ ਨੂੰ ਲੈਟਰ ਲਿਖਿਆ ਕਿ ਇਹ ਕੰਮ ਕਰੋ। ਵਿਧਾਨ ਸਭਾ ਮਤਾ ਰੱਖਿਆ, ਅਸੀਂ ਮੈਂ ਸੀਗਾ ਤੇ ਇੱਕ ਮੇਰੇ ਨਾਲ ਮੇਰੇ ਦੋਸਤ ਜਗਦਰਸ਼ਨ ਸਮਰਾ ਸੀ। ਇਹ ਵਿਧਾਨ ਸਭਾ ਦੀ ਕਾਰਵਾਈ 'ਚ ਬਕਾਇਦਾ ਰਿਕਾਰਡ ਆ ਤੇ ਤੁਸੀਂ ਰੱਖਿਆ। ਸਰਕਾਰੀ ਧਿਰ ਨੇ ਉਹ ਮਤਾ ਪਾਸ ਨਹੀਂ ਹੋਣ ਦਿੱਤਾ, ਪਰ ਥੋੜ੍ਹੇ ਦਿਨਾਂ ਦੀ ਕਸ਼ਮਕਸ਼ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਰੱਖਾਂਗੇ ਜੇ ਆਪੋਜੀਸ਼ਨ ਸਾਨੂੰ ਸਪੋਰਟ ਕਰ ਦੇਵੇ। ਫਿਰ ਮੈਂ ਇੱਧਰ ਦੋਨਾਂ ਤਰ੍ਹਾਂ 'ਚ ਜਿਹੜਾ ਉਹ ਗੱਲਬਾਤ ਕਰਕੇ ਫਿਰ ਇਹ ਕਹਿੰਦੇ ਵੀ ਅਸੀਂ ਤਾਂ ਰੱਖਿਆ ਹੀ ਆ, ਜੇ ਸਰਕਾਰ ਕਰਦੀ ਤਾਂ ਅਸੀਂ ਉਹਦੀ ਹਮਾਇਤ ਕਰਾਂਗੇ। ਫਿਰ ਸਰਕਾਰ ਨੇ ਮਤਾ ਰੱਖਿਆ ਔਰ ਮੇਰਾ ਖਿਆਲ ਆ ਉਹ ਸੰਡੇ ਸੀ ਉਸ ਦਿਨ, ਤੇ ਸਾਡੇ ਜਿਹੜੇ ਪ੍ਰੀਮੀਅਰ ਸੀ ਮਿਸਟਰ ਕੈਂਪਬਲ ਉਹ ਲੰਡਨ ਗਏ ਹੋਏ ਸੀ, ਉਹਨਾਂ ਨੇ ਕਿਹਾ ਵੀ ਇਹ ਕਰ ਦਿਓ। ਉਹਨਾਂ ਦੀ ਗੈਰ ਹਾਜ਼ਰੀ 'ਚ ਇੱਥੇ ਪੰਜਾਬ ਜਿਹੜੀ BC ਵਿਧਾਨ ਸਭਾ ਉਹ 'ਚ ਪਾਸ ਹੋਇਆ। ਪਰ ਸਭ ਤੋਂ ਪਹਿਲਾਂ ਜਗਰੂਪ ਸਿੰਘ ਬਰਾੜ ਹੋਣਾ ਨੇ ਇਹ ਕੰਮ ਕੀਤਾ। ਜਿਹੜੀ ਫੈਡਰਲ ਮਾਫੀ ਆ ਉਹਦੇ ਲਈ ਇੱਕ ਮੀਲ ਪੱਥਰ ਸਾਬਤ ਹੋਇਆ। ਜਿਸ ਤਰ੍ਹਾਂ ਸਿੰਘ ਸਾਹਿਬ ਭਾਈ ਮੇਵਾ ਸਿੰਘ ਹੋਣਾ ਦੀ ਸ਼ਹਾਦਤ ਆ, ਇਹ ਬਹੁਤ ਵੱਡੀ
ਸਾਡੀ ਕਮਿਊਨਿਟੀ ਦੀਆਂ ਜੋ ਬਾਅਦ 'ਚ ਘਟਨਾਵਾਂ ਹੋਈਆਂ ਉਹਨਾਂ ਦੀ ਸ਼ਹਾਦਤ ਇੱਕ ਮੀਲ ਪੱਥਰ ਆ। ਇਸ ਕਰਕੇ ਉਹ ਸਾਡੇ ਸ਼ਹੀਦ ਆ ਔਰ ਅਸੀਂ ਗਰਵ ਨਾਲ ਕਹਿੰਦੇ ਆ ਕਿ ਸਾਡੇ ਬਜ਼ੁਰਗਾਂ ਨੇ ਸਾਡੇ ਲਈ ਉਹ ਬਲੀਦਾਨ ਦਿੱਤਾ। ਅੱਜ ਅਸੀਂ ਵੀ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਲਈ ਖੜੇ ਹੋਈਏ ਔਰ ਸਾਡੀ ਸੰਸਥਾ ਬਿਨਾਂ ਕਿਸੇ ਰੋਕ ਟੋਕ ਤੇ ਬਿਨਾਂ ਕਿਸੇ ਗੱਲ ਤੇ ਅਸੀਂ ਉਹਨਾਂ ਨੂੰ ਬਕਾਇਦਾ ਤੌਰ ਤੇ ਉਹਨਾਂ ਨੂੰ ਸਲਾਮ ਕਰਦੇ ਹਾਂ ਔਰ ਸਲਾਮ ਕਰਦੇ ਰਵਾਂਗੇ ਜਿੰਨੀ ਕਿ ਸਾਡੀ ਸਮਰੱਥਾ ਆ। ਪਰਮ ਸਤਿਕਾਰਯੋਗ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਦੇ ਨਾਲ ਜੁੜੇ ਹੋਏ ਦੋਸਤੋ, ਅੱਜ ਅਸੀਂ ਸਾਰੇ ਉਹਨਾਂ ਗਦਰੀ ਬਾਬਿਆਂ ਨੂੰ ਯਾਦ ਕਰਨ ਦੇ ਲਈ, ਉਹਨਾਂ ਦਾ ਸਤਿਕਾਰ ਕਰਨ ਦੇ ਲਈ ਇਕੱਠੇ ਹੋਏ ਹਾਂ ਜਿਨ੍ਹਾਂ ਨੇ ਆਪਣਾ ਨਿੱਜੀ ਮਫਾਦ ਤੋਂ ਉੱਪਰ ਉੱਠ ਕੇ, ਮੈਂ ਸਮਝਦਾ ਕਿ ਆਪਣੇ ਬੱਚਿਆਂ ਦਾ ਭਵਿੱਖ ਕਿਸੇ ਹੱਦ ਤੱਕ ਦਾਅ 'ਤੇ ਲਾ ਕੇ ਜਾਂ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਭਾਰਤ ਦੇ ਲੋਕਾਂ ਨੂੰ ਆਜ਼ਾਦ ਕਰਾਉਣ ਦਾ ਸੁਪਨਾ ਲੈਣ ਦੇ ਲਈ ਤੇ ਉਸ ਤੋਂ ਬਾਅਦ ਉਹਦੇ 'ਤੇ ਅਮਲ ਕਰਨ ਦੇ ਲਈ ਉਦਮ ਕੀਤੇ। ਉਹਦਾ ਅਮਲ ਵੀ ਹੋਇਆ। ਆਪਾਂ ਨੂੰ ਪਤਾ ਭਾਰਤ ਆਜ਼ਾਦ ਹੋਇਆ ਔਰ ਗੱਲ ਇੱਥੋਂ ਤੱਕ ਸੀਮਿਤ ਨਹੀਂ ਸੀ ਕਿ ਜਿਹੜਾ ਬਰਤਾਨੀ ਹੁਕਮਰਾਨ ਆ ਉਹਨੂੰ ਉੱਥੋਂ ਕੱਢ ਕੇ ਭਾਰਤ ਦਾ ਜਿਹੜਾ ਆਪਣੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਉੱਥੇ ਲੈ ਕੇ ਆਉਣੇ ਆ, ਇਹ ਵੀ ਉਹਦਾ ਇੱਕ ਹਿੱਸਾ ਸੀ ਬਹੁਤ ਵੱਡਾ। ਉਸ ਤੋਂ ਬਾਅਦ ਇੱਕ ਚੰਗੇ ਸਮਾਜ ਦੀ ਉਸਾਰੀ ਵੀ ਉਹਦਾ ਹਿੱਸਾ ਸੀ, ਉਹਨਾਂ ਦਾ ਇੱਕ ਵਿਜ਼ਨ ਸੀ, ਉਹਨਾਂ ਦਾ ਇੱਕ ਦ੍ਰਿਸ਼ਟੀਕੋਣ ਉਹ ਵੀ ਸੀਗਾ ਕਿ ਇੱਕ ਐਸਾ ਸਮਾਜ ਉਸਾਰਿਆ ਜਾਵੇ ਜਿੱਥੇ ਸਾਰੇ ਲੋਕਾਂ ਨੂੰ ਇਨਸਾਫ ਮਿਲੇ, ਜਿੱਥੇ ਸਾਰੇ ਲੋਕਾਂ ਨੂੰ ਬਰਾਬਰਤਾ ਮਿਲੇ ਔਰ ਜਿੱਥੇ ਸਾਰੇ ਲੋਕਾਂ ਨੂੰ ਅੱਗੇ ਵਧਣ ਦੇ ਬਰਾਬਰ ਦੇ ਮੌਕੇ ਮਿਲਣ ਜਿਵੇਂ ਆਪਾਂ ਨੂੰ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਮਿਲਦੇ। ਆਪਾਂ ਸਾਰੇ 20 ਡਾਲਰ ਲੈ ਕੇ 10 ਡਾਲਰ ਲੈ ਕੇ ਇੱਥੇ ਆਏ ਹਾਂ, ਪਰ ਕਿਉਂਕਿ ਮੌਕੇ ਇੱਕੋ ਜਿਹੇ ਮਿਲਦੇ ਸਾਰਿਆਂ ਨੇ ਜਿਹੜੀ ਤਰੱਕੀ ਹੈ, ਜਿਹੜੀ ਆਰਥਿਕ ਤਰੱਕੀ ਖਾਸ ਕਰਕੇ ਔਰ ਸਮਾਜਿਕ ਤਰੱਕੀ ਹੈ, ਉਹ ਬੜੀ ਛੇਤੀ ਕਰ ਲਈ ਹੈ। ਸੋ ਇਹ ਸੁਪਨੇ ਸੀ ਉਹਨਾਂ ਦੇ, ਬੜੇ ਵੱਡੇ ਸੁਪਨੇ ਸੀ। ਬੜਾ ਔਖਾ ਹੈ ਕਹਿਣਾ, ਬੜਾ ਸੌਖਾ ਕਿ ਆਪਣੇ ਪਰਿਵਾਰ ਦੇ ਬੱਚਿਆਂ ਦੇ ਭਵਿੱਖ ਨੂੰ ਦਾਅ 'ਤੇ ਲਾ ਕੇ ਤੁਸੀਂ ਉਸ ਰਸਤੇ ਦੇ ਲੋਕਾਂ ਨੂੰ ਸਮਰਪਿਤ ਹੋਣਾ ਔਖਾ ਕੰਮ ਹੈ। ਥੋੜ੍ਹਾ ਵੀ ਕਰ ਲਈਏ ਉਹ ਵੀ ਔਖਾ ਕੰਮ ਹੈ। ਤੁਸੀਂ ਉਹਨਾਂ ਨੂੰ ਲੰਮੇ ਸਮੇਂ ਤੋਂ ਯਾਦ ਕਰਦੇ ਆਉਂਦੇ ਹੋ ਇਹਨਾਂ ਮੇਲਿਆਂ ਦੇ ਵਿੱਚ, ਤੁਹਾਡਾ ਬਹੁਤ ਸਤਿਕਾਰ, ਕਿਉਂਕਿ ਸਾਡੀ ਅਗਲੀ ਪੀੜ੍ਹੀ ਨੂੰ ਯਾਦ ਕਰਾਉਂਦੇ ਰਹਿਣਾ ਇੱਕ ਬੜਾ ਵੱਡਾ ਕੰਮ ਹੈ, ਕਿਉਂਕਿ ਇਹ ਯਾਦ ਕਰਾਉਣ ਦੇ ਨਾਲ ਹੀ ਬੱਚਿਆਂ ਦੇ ਵਿੱਚ ਜਿਹੜਾ ਇੱਕ ਦੀਵਾ ਜਗਦਾ ਜਿਹਦੇ ਨਾਲ ਉਹ ਉਸ ਨੂੰ ਅੱਗੇ ਲੈ ਕੇ ਉਹ ਤੁਰਦੇ ਆ। ਸੋ ਬਹੁਤ ਧੰਨਵਾਦੀ ਹਾਂ ਮੈਂ ਤੁਹਾਡਾ ਕਿ ਤੁਸੀਂ ਲਗਾਤਾਰ ਕਰਦੇ ਆ ਰਹੇ ਹੋ। ਮੇਰੇ ਆਪਣਾ ਸਾਡੇ ਜਿਹੜੇ ਬਹੁਤ ਹੀ ਸਤਿਕਾਰਯੋਗ ਮੈਂਬਰ ਆਫ ਪਾਰਲੀਮੈਂਟ ਧਾਲੀਵਾਲ ਸਾਹਿਬ ਨੇ ਗੱਲ ਕਹੀ ਹੈ ਇਹ ਕਿ ਜਿਹੜਾ ਹੈਗਾ ਤੁਸੀਂ ਜਿੰਨਾ ਚਿਰ ਹੋ ਗਿਆ ਕੰਮ ਕਰਦਿਆਂ ਨੂੰ ਬਹੁਤ ਸਾਰੀਆਂ ਸੰਸਥਾਵਾਂ ਬਣਦੀਆਂ ਤੇ ਬਹੁਤ ਛੇਤੀ ਬਰਫ਼ ਵਾਂਗੂ ਖੁਰ ਜਾਂਦੀਆਂ 2-4 ਸਾਲਾਂ ਦੇ ਬਾਅਦ, ਪਰ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਤੇ ਤੁਹਾਡੀ ਸਾਰੀ ਟੀਮ ਔਰ ਟੀਮ ਦੇ ਵਿੱਚ ਜਿਹੜਾ ਰੋਲ ਸਾਹਿਬ ਥਿੰਦ ਹੋਰਾਂ ਨੇ ਕੀਤਾ ਔਰ ਜਿਹੜੀ ਸਾਡੀ ਭੈਣ ਆ ਜਾ ਚੁੱਕੀ ਹੈ ਇੱਥੋਂ ਸਦਾ ਲਈ ਸੁੱਖੀ ਹੋਰਾਂ ਨੇ ਕੀਤਾ, ਉਹ ਬੇਮਿਸਾਲ ਹੈ। ਕਈ ਵਾਰੀ ਤਾਂ ਮੈਂ ਸੋਚਦਾ ਹੁੰਦਾ ਵੀ ਇਸ ਸਾਹਿਬ ਦੇ ਅੰਦਰ ਲੱਗਿਆ ਕੀ ਹੈ ਜਿਹਦੇ ਕਰਕੇ ਤੁਰਿਆ ਫਿਰਦਾ ਹੈ, ਕਿਉਂਕਿ ਬਹੁਤ ਔਖਾ ਕੰਮ ਹੈ। ਖਾਸ ਕਰਕੇ ਇੱਥੋਂ ਦੀ ਮਟੀਰੀਅਲਿਸਟਿਕ ਸੁਸਾਇਟੀ ਦੇ ਵਿੱਚ ਇਹ ਬਹੁਤ ਔਖਾ ਸਫ਼ਰ ਹੈ ਕਿ ਤੁਸੀਂ ਇੱਕ ਸਮਾਜ ਦੇ ਵਿੱਚ ਹੀ ਸਮਾਜ ਨੂੰ ਚੰਗਾ ਬਣਾਉਣ ਵਾਸਤੇ ਉਸੇ ਸੁਪਨੇ 'ਤੇ ਤੁਰੇ ਫਿਰੋ, ਕਿਉਂਕਿ ਹਰ ਇੱਕ ਦੇ ਬੱਚੇ ਨੇ, ਬੱਚਿਆਂ ਦਾ ਭਵਿੱਖ ਹੈ, ਉਹਦੇ 'ਤੇ ਵੀ ਬੰਦਾ ਲੜਦਾ। ਸੋ ਬਹੁਤ ਧੰਨਵਾਦੀ ਹਾਂ ਇਹਨਾਂ ਦੇ, ਕਿਉਂਕਿ ਇਹੋ ਜਿਹੇ ਲੋਕਾਂ ਕਰਕੇ ਸਾਡਾ ਸਮਾਜ ਚੰਗਾ ਔਰ ਜਿਹੜਾ ਇਹੋ ਜਿਹੇ ਲੋਕ ਜੇ ਵੱਧ ਹੋਣਗੇ ਤਾਂ ਸਮਾਜ ਹੋਰ ਵੀ ਚੰਗਾ ਹੋ ਸਕਦਾ। ਅੱਜ ਤੁਸੀਂ ਬਹੁਤ ਸਾਰੇ ਮਤੇ ਪਾਸ ਜਿਹੜੇ ਇੱਥੇ ਕੀਤੇ ਆ, ਤੁਹਾਡਾ ਬਹੁਤ ਧੰਨਵਾਦ, ਕਿਉਂਕਿ ਆਈਡੀਏ ਜਿਹੜੇ ਸਾਰੇ ਨੇ, ਜਿਹੜੇ ਸਾਰੇ ਕੰਮ ਨੇ ਉਹ ਇਸ ਤਰ੍ਹਾਂ ਦੀ ਜਥੇਬੰਦੀਆਂ ਤੋਂ ਅੱਗੇ ਆਉਂਦੇ ਆ। ਅਸੀਂ ਤਾਂ ਉਹਨਾਂ ਨੂੰ ਲੈ ਕੇ ਅੱਗੇ ਜਾਣ ਵਾਲੇ ਹਾਂ ਔਰ ਜਿੰਨੀ ਵੱਡੀ ਸਪੋਰਟ ਜਿਹੜੀ ਕਮਿਊਨਿਟੀ ਦੇ ਵਿੱਚ ਕਿਸੇ ਮਤੇ ਦੀ ਹੋਊਗੀ ਜਾਂ ਕਿਸੇ ਮੁੱਦੇ 'ਤੇ ਹੋਊਗੀ, ਉਹਨਾਂ ਸਾਡੇ ਲਈ ਕੰਮ ਸੌਖਾ ਹੋ ਜਾਂਦਾ। ਮੇਰੇ ਨਾਲ ਧਾਲੀਵਾਲ ਸਾਹਿਬ ਵੀ ਸਹਿਮਤ ਹੋਣਗੇ। ਜਿੱਥੇ ਕਮਿਊਨਿਟੀ ਕਈ ਵਾਰੀ ਵੰਡੀ ਹੁੰਦੀ ਹੈ, ਅੱਧੇ ਇੱਧਰ ਤੇ ਅੱਧੇ ਇੱਧਰ, ਉੱਥੇ ਕੰਮ ਔਖਾ ਵੀ ਹੋ ਜਾਂਦਾ, ਮੈਂ ਤੁਹਾਨੂੰ ਫਰੈਂਕਲੀ ਦੱਸਾਂ। ਪਰ ਹੌਲੀ ਹੌਲੀ ਕਰਕੇ ਕੰਮ ਜੇ ਆਪਾਂ ਇੱਕ ਸੇਧ ਬਣਾ ਕੇ ਚੰਗਾ ਸੁਪਨਾ ਲੈ ਕੇ ਚੱਲਾਂਗੇ ਤਾਂ ਕੰਮ ਜਿਹੜੇ ਹੈਗੇ ਆ ਉਹ ਹੋ ਵੀ ਜਾਂਦੇ ਆ। ਜ਼ਿਕਰ ਕੀਤਾ ਸਾਹਿਬ ਹੋਰਾਂ ਨੇ, ਆਪਣਾ ਪ੍ਰੋਫੈਸਰ ਸਾਹਿਬ ਨੇ ਵੀ ਕੀਤਾ ਕਿ ਕਾਮਾਗਾਟਾ ਮਾਰੂ ਦਾ ਮਤਾ ਇੱਕ ਵਾਰੀ ਇਸ ਸਟੇਜ 'ਤੇ ਆ ਕੇ ਖੜ੍ਹ ਗਿਆ ਸੀ ਕਿ ਫੈਡਰਲ ਸਰਕਾਰ ਨੇ ਜਵਾਬ ਦਿੱਤਾ ਸੀ ਸਾਨੂੰ, ਤੇ ਉਸ ਵੇਲੇ ਜਿਹੜਾ ਸੀਗਾ ਵੀ ਹੁਣ ਗੱਲ ਤੋਰੀ ਕਿਵੇਂ ਜਾਵੇ ਅੱਗੇ, ਤਾਂ ਉਹਦੇ 'ਚ ਅਲਟੀਮੇਟਲੀ ਆਈਡੀਆ ਇਹ ਆਇਆ ਵੀ ਵੈਨਕੂਵਰ ਜਹਾਜ਼ ਤਾਂ ਵੈਨਕੂਵਰ ਦੇ ਵਿੱਚ ਹੀ ਲੱਗਿਆ ਨਾ, ਤੇ ਇਸ ਕਰਕੇ BC ਸਰਕਾਰ ਵੈਨਕੂਵਰ ਸ਼ਹਿਰ ਵੀ ਇਹਦਾ ਹਿੱਸਾ। ਇਸ ਕਰਕੇ ਅਸੀਂ ਉਹ ਮਤਾ ਇਹ ਸਾਹਿਬ ਥਿੰਦਰਾਂ ਨਾਲ ਗੱਲਬਾਤ ਜਿਹੜੀ ਹੋਈ, ਜਿੰਨੀ ਇਹਨਾਂ ਦੱਸੀ ਤੁਹਾਨੂੰ, ਉਹ ਵਿਧਾਨ ਸਭਾ 'ਚ ਲੈ ਕੇ ਗਏ। ਇਹ ਨਹੀਂ ਕੋਈ ਪ੍ਰਭਾਵ ਵੀ ਉਹਦਾ ਠੀਕ ਹੈ ਸਾਡਾ ਮਤਾ, ਉਹਨਾਂ ਕੋਲ ਮੈਜੋਰਟੀ ਸੀਗੀ, ਉਹਨਾਂ ਨੇ ਸਾਡਾ ਮਤਾ ਪਹਿਲਾਂ ਫੇਲ ਕਰਤਾ, ਬਾਅਦ ਦੇ ਵਿੱਚ ਸਾਡੀ ਮਦਦ ਲੈ ਕੇ ਉਹ ਪਾਸ ਹੋ ਗਿਆ, ਕੋਈ ਗੱਲ ਨਹੀਂ, ਪਰ ਉਹ ਮਤਾ ਪਾਸ ਹੋ ਗਿਆ। ਪਾਸ ਹੋਣ ਦੇ ਨਾਲ ਇੱਕ ਮੀਲ ਪੱਥਰ ਜਿਵੇਂ ਇਹਨਾਂ ਨੇ ਗੱਲ ਕੀਤੀ ਉਹ ਲੱਗਿਆ, ਜਿਹਦੇ ਨਾਲ ਸਾਨੂੰ ਸੌਖਾ ਹੋ ਗਿਆ ਅੱਗੇ ਜਾਣਾ ਪਾਰਲੀਮੈਂਟ ਦੇ ਵਿੱਚ। ਕਿਉਂਕਿ ਮੈਂ ਇੱਕ ਚੁਣੇ ਹੋਏ ਨੁਮਾਇੰਦੇ ਦੇ ਤੌਰ 'ਤੇ ਤੁਹਾਨੂੰ ਦੱਸ ਰਿਹਾ ਇਹ ਗੱਲ, ਜਦੋਂ ਕਿਸੇ ਵਿਧਾਨ ਸਭਾ ਦੇ ਵਿੱਚ ਜਾਂ ਕਿਸੇ ਪਾਰਲੀਮੈਂਟ ਦੇ ਵਿੱਚ ਗੱਲ ਪਾਸ ਹੋ ਜਾਂਦੀ, ਈਵਨ ਸਿਟੀ ਸਰਕਾਰ 'ਚ ਪਾਸ ਹੋ ਜਾਂਦੀ ਹੈ,
ਉਦੋਂ ਚੁਣੇ ਹੋਏ ਨੁਮਾਇੰਦੇ ਕੋਲੇ ਇੱਕ ਬਹੁਤ ਵੱਡਾ ਜਿਹੜਾ ਸਪੋਰਟਿੰਗ ਐਵੀਡੈਂਸ ਹੁੰਦੀ ਆ ਕਿ ਜਿਹੜੀ ਨੂੰ ਲਿਜਾ ਕੇ ਤੁਸੀਂ ਆਪਣੀ ਕੌਕਸ ਦੇ ਵਿੱਚ ਜਿਹੜੀ ਵੀ ਟੀਮ ਹੈਗੀ ਉੱਥੇ ਜਾ ਕੇ ਆਪਣਾ ਕੇਸ ਬਣਾ ਸਕਦੇ ਹੋ। ਸੋ ਅੱਜ ਵੀ ਜਿਹੜੇ ਮਤੇ ਪਾਸ ਹੋਏ ਆ ਅਸੀਂ ਬਿਲਕੁਲ ਜਿਹੜਾ ਵੀ ਸੂਬਾ ਸਰਕਾਰ ਨਾਲ ਸੰਬੰਧਿਤ ਹੈ ਜਾਂ ਫੈਡਰਲ ਸਰਕਾਰ ਨਾਲ ਸੰਬੰਧਿਤ ਹੈ ਅਸੀਂ ਉਹਨਾਂ 'ਤੇ ਬਿਲਕੁਲ ਨਿਗਾਹ ਕਰਕੇ ਅੱਗੇ ਆਪਾਂ ਉੱਤੇ ਤੁਰਾਂਗੇ। ਪਰ ਅਗੇਨ ਜਿਹੜੀ ਮੈਂ ਗੱਲ ਕਰਦਾ ਵੀ ਉਹਦੇ 'ਤੇ ਸਾਨੂੰ ਸਾਰਿਆਂ ਦੀ ਸਹਿਮਤੀ ਬਣਾਈ ਰੱਖਣੀ ਉਹ ਬੜੀ ਜ਼ਰੂਰੀ ਹੈ। ਔਰ ਇੰਨਾ ਕਹਿੰਦਾ ਮੈਂ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫੇਰ ਧੰਨਵਾਦ ਕਰਦਾ ਕਿ ਤੁਸੀਂ ਨਵੇਂ ਹਾਲਾਤ ਦੇ ਵਿੱਚ ਇੱਕ ਨਵੇਂ ਢੰਗ ਦੇ ਨਾਲ ਜਿਹੜੀਆਂ ਸਾਡੀਆਂ ਲੱਗੀਆਂ ਰਿਸਟ੍ਰਿਕਸ਼ਨ ਪਾਬੰਦੀਆਂ ਨੂੰ ਮੰਨ ਕੇ ਜਿਹੜਾ ਹੈਗਾ ਤੁਸੀਂ ਇਹਦੇ ਨਾਲ ਗਦਰੀ ਬਾਬਿਆਂ ਦਾ ਜਿਹੜਾ ਅੱਜ ਕੱਦ ਵਧਾਇਆ, ਉੱਚਾ ਕੀਤਾ ਔਰ ਸਾਡੇ ਲੋਕਾਂ ਦਾ ਕੱਦ ਵੀ ਵਧਾਇਆ ਤੁਸੀਂ, ਕਿਉਂਕਿ ਜਿਹੜਾ ਹੈਗਾ ਅੱਜ ਤੁਸੀਂ ਆਪਣੇ ਆਪ ਨੂੰ ਸੇਫ ਕਰਨ ਦੇ ਨਾਲ ਲੋਕਾਂ ਨੂੰ ਵੀ ਸੇਫ ਕੀਤਾ। ਐਤਕੀ ਜਿਹੜਾ 40 ਵਿਅਕਤੀ ਹੋ ਸਕਦੇ ਆ, ਅਗਲੇ ਜਿਹੜਾ ਸਾਲ ਮੈਂ ਉਮੀਦ ਕਰਦਾ ਦੁਆ ਕਰਦਾ ਕਿ 40,000 ਲੋਕ ਇੱਥੇ ਆਉਣ ਮੇਲੇ ਦੇ ਵਿੱਚ। ਆਪਾਂ ਇੱਕ ਵਾਰੀ ਫੇਰ ਮੇਲਾ ਬਹੁਤ ਵੱਡਾ ਕਰੀਏ ਜੇ ਅਸੀਂ ਕੋਵਿਡ-19 ਨੂੰ ਉਸ ਸਮੇਂ ਤੱਕ ਕਾਬੂ ਕਰ ਸਕੇ। ਸੋ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ, ਸ਼ੁਕਰੀਆ, ਮਿਹਰਬਾਨੀ। ਤੇ ਆਪਾਂ ਇਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਲਗਾਤਾਰ ਹੈ ਉਹ ਕੰਮ ਕਰਦੇ ਰਹਾਂਗੇ। ਸਭ ਤੋਂ ਪਹਿਲਾਂ ਸਾਡੇ ਬਜ਼ੁਰਗਾਂ ਨੂੰ, ਗਦਰੀ ਬਾਬਿਆਂ ਨੂੰ ਲੱਖ ਲੱਖ ਪ੍ਰਣਾਮ, ਕੋਟ ਕੋਟ ਪ੍ਰਣਾਮ ਉਹਨਾਂ ਦੀ ਕੁਰਬਾਨੀ ਨੂੰ, ਜਿਨ੍ਹਾਂ ਦੀ ਬਦੌਲਤ ਅੱਜ ਇਸ ਮੁਲਕ ਦੇ ਵਿੱਚ ਅਸੀਂ ਸਾਡੀਆਂ ਜੜ੍ਹਾਂ ਲੱਗੀਆਂ ਆ। ਅੱਜ ਆਜ਼ਾਦੀ ਦੇ ਨਾਲ ਅਸੀਂ ਸੋਹਣਾ ਜੀਵਨ ਜਿਹੜਾ ਆ ਉਹ ਆਪਣਾ ਬੜੀ ਠੁੱਕ ਦੇ ਨਾਲ ਜੀ ਰਹੇ ਹਾਂ। ਸੋ ਧਾਲੀਵਾਲ ਭਾਜੀ, ਬਰਾੜ ਸਾਹਿਬ ਤੇ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਆਇਆਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੀ ਆਇਆਂ। ਨਾ ਮਾਰ ਵੈਰੀਆ ਦਾਬੇ ਕਿ ਸਾਡੇ ਦਾਦੇ ਗਦਰੀ ਬਾਬੇ। ਥਿੰਦ ਸਾਹਿਬ ਬੜਾ ਪਿਆਰ ਹੈ ਭਾਜੀ ਦੇ ਨਾਲ। ਮੈਂ ਕਹਿੰਦਾ ਹੁੰਨਾ ਕਿ ਜਦੋਂ ਭਾਜੀ ਉੱਥੇ ਗਏ ਨੇ ਅੰਡੇਮਾਨ, ਕਹਿੰਦੇ ਮੈਂ ਚੱਲਿਆ ਆ ਤੇ ਕੰਮ ਤੇ ਵੱਡਾ ਆ ਪਰ ਵੇਖਦੇ ਆ। ਮੈਂ ਕਿਹਾ ਤੁਸੀਂ ਜਿੱਧਰ ਨੂੰ ਜਾਂਦੇ ਹੋ ਮੋਰਚਾ ਫਤਿਹ ਹੁੰਦਾ ਆ, ਤਾਂ ਤੁਸੀਂ ਜਦੋਂ ਵਾਪਸ ਆਏ ਮੈਨੂੰ ਕਹਿੰਦੇ ਮੈਂ ਇਹ ਕੰਮ ਕਰ ਆਇਆ। ਮੈਂ ਕਈ ਵਾਰ ਹੈਰਾਨ ਹੁੰਨਾ, ਅੱਜ ਫੋਨ ਕਰਨਗੇ ਮੈਂ ਪਾਕਿਸਤਾਨ ਚੱਲਿਆ, ਦੂਜੇ ਦਿਨ ਕਹਿਣਗੇ ਮੈਂ ਯੂਕੇ ਬੈਠਾ। ਤੇ ਇੰਨਾ ਸਿਰੜੀ ਬੰਦਾ ਆਪਣਾ ਸਾਰਾ ਕੁਝ ਛੱਡ ਕੇ ਇਸ ਗਦਰੀ ਬਾਬਿਆਂ ਦੇ ਜਿਹੜਾ ਮੇਲਾ ਲੱਗਦਾ ਆ 25 ਸਾਲ ਤੋਂ, ਮੈਂ ਹੈਰਾਨ ਆ ਕਿ ਇਹ ਐਡਾ ਵੱਡਾ ਸਿਰੜੀ ਬੰਦਾ ਆਪਣੇ ਵਿੱਚ। ਇੱਕ ਪਲੀਜ਼ ਤਾੜੀਆਂ ਲਾ ਦਿਓ ਇੱਕ ਵਾਰ। ਬਹੁਤ ਬਹੁਤ ਧੰਨਵਾਦ ਭਾਜੀ। ਇਹ ਦੀਵਾ ਜਿਹੜਾ ਜਗਦਾ ਆ, ਮੈਂ ਉਮੀਦ ਕਰਦਾ ਕਿ ਅਗਲੀ ਜਿਹੜੀ ਸਾਡੀ ਪੀੜ੍ਹੀ ਆ ਸਾਨੂੰ ਇਹ ਬਾਤ ਜਿਹੜੀ ਆ ਬਹੁਤ ਲੰਬੀ ਪੈਂਦੀ ਰਹੂਗੀ। ਸੋ ਭਾਜੀ ਉਹਨਾਂ ਨੇ ਗੱਲਬਾਤ ਕੀਤੀ ਸੀ ਗਾਣਿਆਂ ਦੀ। ਅੱਜ ਕੱਲ੍ਹ ਜਿਹੜਾ ਸੰਗੀਤ ਆ, ਕਲਚਰ ਆ, ਕਦੇ ਵੀ ਚੰਗੇ ਲੇਖਕਾਂ ਨੂੰ ਤੇ ਚੰਗੇ ਗੀਤਕਾਰਾਂ ਨੂੰ, ਚੰਗੇ ਸਿੰਗਰਾਂ ਨੂੰ ਸਾਡੇ ਸਮਾਜ ਨੇ ਪ੍ਰਵਾਨ ਨਹੀਂ ਕੀਤਾ। ਇਹ ਸੱਚੀ ਗੱਲ ਆ ਤੇ ਕੌੜੀ ਗੱਲ ਆ। ਉਸ ਹੱਦ ਤੱਕ ਨਹੀਂ ਪ੍ਰਵਾਨ ਕੀਤਾ ਜਿਸ ਹੱਦ ਤੱਕ ਚਾਹੀਦਾ ਆ ਕਿ ਉਹ ਫੇਸਬੁੱਕ ਤੇ ਗੂਠਾ ਖੜਾ ਕਰਨ ਤੱਕ ਠੀਕ ਆ ਬਈ ਆ ਚੱਕ ਤੇ ਫੱਟੇ ਮਿੱਤਰਾ ਤੂੰ ਨਜ਼ਾਰਾ ਲਿਆਤਾ, ਪਰ ਜਦੋਂ ਤੁਸੀਂ ਬਿਜ਼ਨਸ ਦੇਣਾ ਆ ਫਿਰ ਤੁਸੀਂ ਉੱਥੇ ਹੀ ਦੇਣਾ ਆ। ਹਾਂਜੀ, ਮੈਂ ਕਹਿੰਦਾ ਇੱਥੇ ਮੈਂ ਹੁਣ ਲੰਮਾ ਨਹੀਂ ਜਾਂਦਾ, ਪਰ ਤੁਸੀਂ ਕਿਤੇ 40-50 ਸਾਲ ਦਾ ਆਪਣਾ ਇਤਿਹਾਸ ਚੱਕ ਕੇ ਵੇਖਿਓ ਇਸ ਗਾਇਕੀ ਦਾ ਕਿ ਕਿੱਦਾਂ ਦੇ ਬੰਦੇ ਅਸੀਂ ਸਾਡੇ ਸਮਾਜ ਦੇ ਵਿੱਚ ਰਾਜ ਕਰ ਗਏ, ਜਿਨ੍ਹਾਂ ਨੇ ਕੀ ਗਾਇਆ। ਤੇ ਉਹ ਇੰਨਾ ਕੁਝ ਗਾ ਕੇ ਵੀ ਜਦੋਂ ਮਾਈਕ ਤੇ ਬੋਲਦੇ ਕਹਿੰਦੇ ਅਸੀਂ ਤੇ ਪਰਿਵਾਰਕ ਸਿੰਗਰ ਹੈਗੇ ਆ। ਹਾਂਜੀ, ਮਾਂ ਬੋਲੀ ਦੇ ਸੇਵਾਦਾਰ। ਤੇ ਮੈਂ ਕਹਿੰਦਾ ਕਿਸੇ ਨੇ ਮਾਂ ਬੋਲੀ ਦੀ ਸੇਵਾ ਨਹੀਂ ਕੀਤੀ, ਮਾਂ ਬੋਲੀ ਨੇ ਸਾਡੀ ਸੇਵਾ ਕੀਤੀ ਆ। ਇਹ ਜਿਹੜੇ 2.5 ਅੱਖਰ ਗਾ ਕੇ ਅੱਜ ਤੁਹਾਡੇ ਵਿੱਚ ਖਲੋਤੇ ਆ, ਇਹ ਮਾਂ ਬੋਲੀ ਦੀ ਬਦੌਲਤੀ ਆ। ਸੋ ਇੱਕ ਮੇਰਾ ਪਿੱਛੇ ਗਾਣਾ ਆਇਆ ਸੀਗਾ, ਮੈਂ 2 ਲਾਈਨਾਂ ਉਹਦੀਆਂ ਗੁਣਗੁਣਾ ਦੇਣਾ ਆ। ਤੈਨੂੰ ਜੇ ਚੜੇ ਇੱਕ ਚੀਚੀ, ਤੈਨੂੰ ਜੇ ਚੜੇ ਇੱਕ ਚੀਚੀ, ਸੁਣ ਸੁਣ ਕੇ ਭਾਸ਼ਣ ਹੋਏ, ਗੁੰਡਿਆਂ ਦੀ ਹੇੜ ਤੇਰੇ ਤੇ ਥੋਪੇ ਅਨੁਸ਼ਾਸਨ ਹੋਏ, ਨਿਕਲੇ ਨਾ ਬੋਲ ਜ਼ਬਾਨੋਂ ਮਰ ਜੈ ਸਹਿ ਸਹਿ ਕੇ ਓਏ, ਮਿੱਤਰਾ ਨੀ ਯੁੱਗ ਪਲਟਦੇ ਭੋਰਿਆਂ ਵਿੱਚ ਬਹਿ ਕੇ ਓਏ, ਮਿੱਤਰਾ ਨੀ ਯੁੱਗ ਪਲਟਦੇ ਭੋਰਿਆਂ ਵਿੱਚ ਬਹਿ ਕੇ ਓਏ, ਮਿੱਤਰਾ ਨੀ ਯੁੱਗ ਪਲਟਦੇ। ਸੋ ਆਓ ਇੱਕ ਤਾਂ ਆਪਾਂ ਨਵੀਂ, ਮੈਂ ਚਾਹੁੰਦਾ ਕਿ ਜਿਹੜੀਆਂ ਚੀਜ਼ਾਂ ਸਾਨੂੰ ਸਮਾਜ ਦੇ ਵਿੱਚ ਬੁਰੀਆਂ ਹੋ ਰਹੀਆਂ ਆ, ਕੁਛ ਵਰਤਾਰੇ ਬੁਰੇ ਘਟਨਾਵਾਂ ਹੋ ਰਹੀਆਂ, ਸਾਨੂੰ ਉਹਦੀ ਵਿਰੋਧਤਾ ਕਰਨੀ ਚਾਹੀਦੀ ਹੈ, ਭਾਵੇਂ ਉੱਥੇ ਜਾਂ ਇੱਥੇ। ਅੱਜ ਜਿਹੜੇ ਹਿੰਦੁਸਤਾਨ ਦੇ ਵਿੱਚ ਇੱਦਾਂ ਦੇ ਕਾਨੂੰਨ ਪਾਸ ਕੀਤੇ ਜਾ ਰਹੇ ਆ, ਸਾਡਾ ਕਿਸਾਨ ਮਾਰਿਆ ਜਾ ਰਿਹਾ ਆ, ਲੋਕਾਂ ਨੂੰ
ਧਰਮ ਦੇ ਨਾਂ ਤੇ ਸਾਡੇ ਬਜ਼ੁਰਗਾਂ ਨੇ ਜਦੋਂ ਸਾਡੇ ਲਈ ਲੜਾਈਆਂ ਲੜੀਆਂ ਹਿੰਦੁਸਤਾਨ ਦੇ ਲਈ, ਤਾਂ ਉਦੋਂ ਇਹ ਨਹੀਂ ਇਹਦੇ ਵਿੱਚ ਹਿੰਦੂ ਮੁਸਲਮਾਨ ਸਾਰੇ ਸੀਗੇ। ਤੇ ਪਰ ਅੱਜ ਉੱਥੇ ਸਾਨੂੰ ਧਾਰਮਿਕ ਤੌਰ ਤੇ ਵੰਡਿਆ ਜਾ ਰਿਹਾ ਆ, ਸਾਨੂੰ ਪਾੜਿਆ ਜਾ ਰਿਹਾ ਆ। ਕਿੱਦਾਂ ਦਾ ਮਾਹੌਲ ਆ ਉੱਥੇ ਤੁਸੀਂ ਗੱਲ ਨਹੀਂ ਕਰ ਸਕਦੇ। ਇਦਾਂ ਦੇ ਕਾਲੇ ਕਾਨੂੰਨ ਥੋਪੇ ਜਾ ਰਹੇ ਆ। ਸਾਡਾ ਪਾਣੀ ਤਾਂ ਬੜਾ ਕੁਝ ਪਹਿਲਾਂ ਹੀ ਲੁੱਟਿਆ ਜਾ ਰਿਹਾ ਆ। ਜਿਹੜੀਆਂ ਜ਼ਮੀਨਾਂ ਸਾਡੀਆਂ ਹੁਣ ਖੋਹੀਆਂ ਜਾ ਰਹੀਆਂ ਆ। ਕਿਤੇ ਉਹ ਮੱਤੇਵਾੜੇ ਵਾਲਾ ਇਹਦਾ ਕੇਸ ਆ, ਦਾਰੂ ਦੇ ਵਿੱਚ 80-90 ਬੰਦੇ ਜਿਹੜੇ ਆ 2 ਦਿਨਾਂ ਦੇ ਵਿੱਚ, ਉਹ ਦੇਖ ਲਓ ਕੀ ਹਾਲਾਤ ਕਰ ਦਿੱਤੇ ਆ। ਸਾਨੂੰ ਇਹਦੇ ਲਈ ਆਵਾਜ਼ ਉਠਾਉਣੀ ਚਾਹੀਦੀ ਆ। ਜਿੰਨੇ ਤੱਕ ਸਾਡੀ ਆਵਾਜ਼ ਪਹੁੰਚਦੀ ਆ, ਸਗੋਂ ਸਾਨੂੰ ਇਕੱਠੇ ਹੋ ਕੇ ਇਹਦੇ ਲਈ ਇੱਕ ਲੜਾਈ ਲੜਨੀ ਚਾਹੀਦੀ ਆ। ਸੋ ਇੰਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰੋ। ਤੁਹਾਡਾ ਜੀ ਆਇਆਂ ਬਹੁਤ ਬਹੁਤ। ਜੀ ਨਾ ਮਾਰ ਵੈਰੀਆ ਦਾਬੇ, ਨਾ ਮਾਰ ਵੈਰੀਆ ਦਾਬੇ, ਸਾਡੇ ਦਾਦੇ ਗਦਰੀ ਬਾਬੇ। ਚੱਲ ਚੱਲੀਏ ਸ਼ਹਿਰ ਦਵਾਬੇ ਵੇਖਣ ਗਦਰਾਂ ਦੀ ਲਹਿਰ ਨੂੰ। ਆਜੋ ਬੇਲੀਓ ਇਹ ਲਾਰੀ ਚੱਲੀਆ ਸ਼ਹਿਰ ਨੂੰ। ਆਜੋ ਬੇਲੀਓ ਇਹ ਲਾਰੀ ਚੱਲੀਆ ਸ਼ਹਿਰ ਨੂੰ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗਦਰੀ ਬਾਬਿਆਂ ਦੇ 24ਵੇਂ ਮੇਲੇ ਤੇ ਇਕੱਠੇ ਹੋਏ ਆ। ਮੇਲਾ ਕਿਉਂਕਿ ਮਹਾਮਾਰੀ ਕਰਕੇ ਜ਼ਿਆਦਾ ਵੱਡਾ ਹੋ ਨਹੀਂ ਸਕਦਾ, ਸੋ ਥੋੜ੍ਹੇ ਜਿਹੇ ਜਿੰਨੀ ਕਿ ਸਾਨੂੰ ਅਥਾਰਟੀਜ਼ ਵੱਲੋਂ ਸਾਨੂੰ ਇਜਾਜ਼ਤ ਆ, ਉਹਦੇ ਮੁਤਾਬਕ ਅਸੀਂ ਆਪਣੇ ਮੈਂਬਰ ਤੇ ਹੋਰ ਸੱਜਣ ਜਿਹੜੇ ਸ਼ਖਸੀਅਤਾਂ ਨੂੰ ਇਕੱਠੇ ਕਰਕੇ ਕਰ ਰਹੇ ਹਾਂ। ਇਹ ਮੇਲਾ ਇਸ ਵਾਰ ਭਾਈ ਸਿੰਘ ਸਾਹਿਬ ਭਾਈ ਮੇਵਾ ਸਿੰਘ ਹੁਣਾਂ ਨੂੰ ਸਮਰਪਿਤ ਹੋਣਾ ਸੀ, ਤੇ ਅੱਜ ਅਸੀਂ ਇਹ ਮੇਲਾ ਜਿਹੜਾ ਸਿੰਘ ਸਾਹਿਬ ਭਾਈ ਮੇਵਾ ਸਿੰਘ ਜੀ ਤੇ ਸ਼ਹੀਦ ਆਜ਼ਮ ਸਰਦਾਰ ਊਧਮ ਸਿੰਘ ਦੋਹਾਂ ਸੂਰਮਿਆਂ ਨੂੰ ਸਮਰਪਿਤ ਕਰ ਰਹੇ ਹਾਂ। ਔਰ ਅਸੀਂ ਕੈਨੇਡੀਅਨ ਗੌਰਮੈਂਟ ਤੋਂ ਇਹ ਮੰਗ ਕਰਦੇ ਹਾਂ। ਵੈਸੇ ਤਾਂ ਇਹ ਸਾਰੀਆਂ ਮੰਗਾਂ ਪਿਛਲੇ ਮੇਲਿਆਂ 'ਚ ਅਸੀਂ ਬਕਾਇਦਾ ਤੌਰ 'ਤੇ ਰੈਜ਼ੋਲੂਸ਼ਨ ਪਾਸ ਕੀਤੇ ਹੋਏ ਆ ਕਿ ਸਿੰਘ ਸਾਹਿਬ ਭਾਈ ਮੇਵਾ ਸਿੰਘ ਉਹਨਾਂ ਦਾ ਜਿਹੜਾ ਅਦਾਲਤੀ ਰਿਕਾਰਡ ਆ ਉਹ ਦਰੁਸਤ ਕੀਤਾ ਜਾਵੇ। ਔਰ ਉਹਦੇ ਨਾਲ ਅਸੀਂ ਜਿਹੜੀ BC ਦੀ ਸਰਕਾਰ ਆ ਜਾਂ ਬਾਕੀ ਸੂਬਿਆਂ ਦੀ ਸਰਕਾਰਾਂ, ਉਹਨਾਂ ਨੂੰ ਕਹਿੰਦੇ ਆ ਕਿ ਜਿਹੜੀ ਸਾਡਾ ਭਾਈਚਾਰੇ ਨਾਲ ਸਾਡਾ ਇਤਿਹਾਸ ਆ, ਬਹੁਤ ਲਹਿਰਾਂ ਚੱਲੀਆਂ, ਕਦੇ ਵੋਟ ਦਾ ਹੱਕ ਨਹੀਂ ਮਿਲਿਆ, ਕਦੇ ਹੋਰ ਵੀ ਜਿਹੜੀ ਗਦਰ ਮੂਵਮੈਂਟ ਚੱਲੀ, ਇੱਥੇ ਇਮੀਗ੍ਰੇਸ਼ਨ ਦੇ ਹੱਕ ਨਹੀਂ ਸੀ। ਬਹੁਤ ਜਦੋਜਹਿਦ ਕਰਕੇ ਅਸੀਂ ਇੱਥੇ ਪਹੁੰਚੇ ਹਾਂ। ਸਾਨੂੰ ਅੱਜ ਜਿਹੜੀਆਂ ਮੱਲਾਂ ਮਾਰੀਆਂ ਕਮਿਊਨਿਟੀ ਨੇ ਉਹ ਇਹਨਾਂ ਲਹਿਰਾਂ ਕਰਕੇ ਹੀ ਆ। ਸੋ ਅਸੀਂ ਇਹ ਚਾਹੁੰਦੇ ਆ ਕਿ ਜਿਹੜੀ ਸੂਬੇ ਦੀ ਸਰਕਾਰ ਆ ਉਹ ਬਕਾਇਦਾ ਤੌਰ 'ਤੇ ਪ੍ਰੋਵਿੰਸ਼ੀਅਲ ਜਿਹੜਾ ਸਾਡਾ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਇੱਕ ਇਤਿਹਾਸ ਦੇ ਤੌਰ 'ਤੇ ਉਹਨੂੰ ਲਾਗੂ ਕੀਤਾ ਜਾਵੇ। ਬਕਾਇਦਾ ਤੌਰ 'ਤੇ ਡਿਟੇਲ ਵਿੱਚ ਉਹਦੀ ਜਿਹੜੀ ਆ, ਭਾਵੇਂ ਉਹ ਕਾਮਾਗਾਟਾ ਮਾਰੂ ਆ, ਭਾਵੇਂ ਗਦਰ ਮੂਵਮੈਂਟ ਆ, ਜਾਂ ਜਿਹੜੀਆਂ ਹੋਰ ਜਿਹੜੀ ਸਾਡੀਆਂ ਇਤਿਹਾਸਿਕ ਲਹਿਰਾਂ ਚੱਲੀਆਂ, ਸੰਘਰਸ਼ ਚੱਲੇ ਕਮਿਊਨਿਟੀ ਨੇ ਕੀਤੇ, ਉਹਦੇ ਲਈ ਜਿਹੜਾ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ। ਇਹ ਬਹੁਤ ਜ਼ਰੂਰੀ ਆ। ਔਰ ਉਹਦੇ ਨਾਲ ਇੱਕ ਸਥਾਨਕ ਮੰਗ ਵੀ ਆ ਜਿਹੜੀ ਕਿ ਬਹੁਤ ਜ਼ਰੂਰੀ ਆ ਕਿ ਸਾਡੇ ਭਾਈਚਾਰੇ ਕੋਲ ਸਰੀ ਵਿੱਚ ਕੋਈ ਕਮਿਊਨਿਟੀ ਸੈਂਟਰ ਨਹੀਂ, ਔਰ ਬਾਕੀ ਛੋਟੇ ਛੋਟੇ ਭਾਈਚਾਰੇ ਜਿਹੜੇ ਇੱਥੇ ਰਹਿੰਦੇ ਉਹਨਾਂ ਸਾਰਿਆਂ ਕੋਲ ਹੈਗਾ, ਪਰ ਅਸੀਂ ਚਾਹੁੰਦੇ ਹਾਂ ਕਿ ਇੱਕ ਭਾਈਚਾਰੇ ਲਈ ਜਿਸ 'ਚ ਸਾਰੇ ਲੋਕ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਉੱਥੇ ਇਕੱਠੀ ਹੋ ਸਕੇ। ਉਹ 'ਚ ਸਾਡਾ ਇਤਿਹਾਸ, ਭਾਵੇਂ ਉਹਦੇ ਸੱਭਿਆਚਾਰਕ ਪੱਖ, ਸਾਰੇ ਜਿਹੜੇ ਆ ਪੱਖ ਆ ਉਹਦੇ ਲਈ ਬਹੁਤ ਜ਼ਰੂਰੀ ਆ ਕਿ ਸਾਡੇ ਇੱਕ ਬੈਠਣ ਉੱਠਣ ਲਈ ਜਗ੍ਹਾ ਵੀ ਬਣ ਜੂ। ਸਾਡੇ ਬੱਚੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਇਤਿਹਾਸ ਦਾ ਪਤਾ ਲੱਗੂ ਕਿ ਕਿੰਨੀਆਂ ਜਦੋਜਹਿਦ ਕਰਕੇ ਅਸੀਂ ਇੱਥੇ ਪਹੁੰਚੇ ਹਾਂ। ਸੋ ਸਰੀ ਦੀ ਮਿਊਨਿਸਪੈਲਿਟੀ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਇੱਕ ਜਿਹੜਾ ਵਾ ਕਮਿਊਨਿਟੀ ਸੈਂਟਰ ਜ਼ਰੂਰ ਬਣਨਾ ਚਾਹੀਦਾ ਹੈ।